ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਅਮਨ ਐਜੂਕੇਸ਼ਨ ਸਟੱਡੀ ਚੈਨਲ ਦੇ ਉੱਪਰ। ਮਾਸਟਰ ਕੇਡਰ SST ਦੀ ਤਿਆਰੀ ਕਰ ਰਹੇ ਸਾਰੇ ਹੀ ਵਿਦਿਆਰਥੀ, ਆਸ ਕਰਦਾ ਉਮੀਦ ਕਰਦਾ ਕਿ ਸਾਰੇ ਤੰਦਰੁਸਤ ਹੋਵੋਗੇ ਅਤੇ ਤੁਹਾਡੀ ਤਿਆਰੀ ਹੈ ਜਿਹੜੀ ਉਹ ਵੀ ਬਹੁਤ ਵਧੀਆ ਚੱਲ ਰਹੀ ਹੋਣੀ ਆ। ਮਾਸਟਰ ਕੇਡਰ SST ਦੀ ਤਿਆਰੀ ਕਰ ਰਹੇ ਵਿਦਿਆਰਥੀ ਜ਼ਿਆਦਾਤਰ ਆਪਾਂ ਇਹ ਦੇਖ ਰਹੇ ਹਾਂ ਕਿ SST ਦੇ ਵਾਸਤੇ ਜਿਹੜੇ ਸਮਾਜਿਕ ਸਿੱਖਿਆ ਦਾ ਜਿਹੜਾ ਵਿਸ਼ਾ ਗਾ ਸਾਡਾ, ਉਹਦੇ ਵਿੱਚ 4 ਪੋਰਸ਼ਨ ਨੇ ਅਤੇ ਅਸੀਂ ਕਿਸੇ 2 ਦੀ ਸਿਲੈਕਸ਼ਨ ਕਰਨੀ ਹੁੰਦੀ ਹੈ। 2 ਵਿਸ਼ੇ ਆ ਜਿਹੜੇ ਉਹ ਚੂਜ਼ ਕਰਨੇ ਹੁੰਦੇ ਆ ਅਤੇ ਜ਼ਿਆਦਾਤਰ ਵਿਦਿਆਰਥੀਆਂ ਨੇ ਪੋਲੀਟੀਕਲ ਸਾਇੰਸ ਅਤੇ ਹਿਸਟਰੀ ਆ ਜਿਹੜਾ ਇਹ ਚੁਣਿਆ ਹੋਇਆ ਗਾ। ਸੋ ਤੁਸੀਂ ਵੱਖੋ ਵੱਖਰੇ ਚੈਨਲਾਂ ਤੋਂ ਜਾਂ ਕਿਸੇ ਇੰਸਟੀਚਿਊਟ ਤੋਂ ਜਾਂ ਕਿਸੇ ਬੁੱਕਸ ਤੋਂ ਜਾਂ ਕੋਈ ਆਪਣੇ ਲੈਵਲ 'ਤੇ ਸਾਰੇ ਹੀ ਤਿਆਰੀ ਕਰ ਰਹੇ ਹੋਵੋਗੇ। ਸੋ ਮੇਰੀ ਕੋਸ਼ਿਸ਼ ਇਹ ਹੈ ਕਿ ਆਪਾਂ ਇਸ ਚੈਨਲ ਦੇ ਉੱਪਰ ਵੀ ਡਿਸਕਸ਼ਨ ਕਰਿਆ ਕਰੀਏ, ਹੈ ਨਾ। ਕੁਝ ਨਾ ਕੁਝ ਮੈਂ ਤੁਹਾਡੇ ਕੋਲੋਂ ਸਿੱਖਾਂ, ਕੁਝ ਨਾ ਕੁਝ ਮੈਂ ਤੁਹਾਨੂੰ ਦੱਸ ਸਕਾਂ, ਕੁਝ ਨਾ ਕੁਝ ਤੁਹਾਡੇ ਕੋਲੋਂ ਗ੍ਰਹਿਣ ਕਰ ਸਕਾਂ, ਹੈ ਨਾ। ਜਿਵੇਂ ਕਿਹਾ ਜਾਂਦਾ ਕਿ ਗਿਆਨ ਆ ਜਿਹੜਾ ਜਿੰਨਾ ਵੰਡਾਂਗੇ ਓਨਾ ਹੀ ਵੱਧਦਾ ਗਾ। ਸੋ ਇਸੇ ਲੜੀ ਤਹਿਤ ਇਸੇ ਚੈਨਲ ਦੇ ਉੱਪਰ ਅੱਜ ਆਪਾਂ ਪੋਲੀਟੀਕਲ ਸਾਇੰਸ ਦੀ ਜਿਹੜੀਆਂ ਕਲਾਸਿਸ ਨੇ ਉਹ ਸਟਾਰਟ ਕਰਨ ਜਾ ਰਹੇ ਹਾਂ। ਅੱਜ ਦੀ ਜਿਹੜੀ ਪਹਿਲੀ ਕਲਾਸ ਆ ਉਹ ਸੰਵਿਧਾਨ ਦੇ ਭਾਗ ਪਹਿਲੇ ਵਾਰ ਹੀ ਆਪਾਂ ਲੈ ਕੇ ਆਏ ਹਾਂ। ਸੰਵਿਧਾਨ ਦੇ ਵਿੱਚ ਭਾਗ 22 ਨੇ। ਜਿਵੇਂ ਹੁਣ ਸਾਡਾ ਸਿਲੇਬਸ ਦੇਖ ਲਓ, ਜੇਕਰ ਮਾਸਟਰ ਕੇਡਰ ਦੇ ਸਿਲੇਬਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਲੋਕ ਸਭਾ, ਰਾਜ ਸਭਾ, ਰਾਸ਼ਟਰਪਤੀ, ਰਾਜ ਵਿਧਾਨ ਮੰਡਲ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਮੈਂ ਇਹ ਕੋਸ਼ਿਸ਼ ਕੀਤੀ ਹੈ ਕਿ ਆਪਾਂ ਸੰਵਿਧਾਨ ਦੇ ਭਾਗ ਦੇ ਅਕੋਰਡਿੰਗ ਹੀ ਚੱਲੀਏ, ਨਾ ਕਿ ਸਿਲੇਬਸ ਦੇ ਅਕੋਰਡਿੰਗ। ਕਿਉਂਕਿ ਜੇਕਰ ਮਾਸਟਰ ਕੇਡਰ ਦਾ ਆਪਾਂ ਸਿਲੇਬਸ ਦੇਖੀਏ ਤਾਂ ਉਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਪਹਿਲਾਂ ਪਾਰਲੀਮੈਂਟ ਬਾਰੇ ਸ਼ਾਇਦ ਉਹਨਾਂ ਨੇ ਟੌਪਿਕ ਦਿੱਤਾ ਹੋਇਆ ਗਾ, ਹੈ ਨਾ, ਅਤੇ ਉਹ ਸਾਰੇ ਹੀ ਕਵਰ ਹੋ ਜਾਣੇ। ਪਰ ਮੇਰੀ ਕੋਸ਼ਿਸ਼ ਇਹ ਹੈ ਕਿ ਆਪਾਂ ਸੰਵਿਧਾਨ ਦੇ ਭਾਗ ਦੇ ਅਕੋਰਡਿੰਗ ਚੱਲੀਏ, ਕਿਉਂਕਿ ਇਹਦੇ ਨਾਲ ਆਪਣੇ ਮਾਇੰਡ 'ਚ ਇੱਕ ਤਸਵੀਰ ਬਣ ਜਾਣੀ ਆ। ਹੁਣ ਜਿਵੇਂ ਦੇਖੀਏ ਵੀ ਸੰਵਿਧਾਨ ਦੇ ਸਾਡੇ 22 ਭਾਗ ਨੇ, ਹੈ ਨਾ, ਜਾਂ 25 ਮੰਨੇ ਜਾਂਦੇ ਨੇ। ਉਹ ਤਾਂ ਦੇਖੋ ਆਪਸ਼ਨ 'ਤੇ ਡਿਪੈਂਡ ਕਰਦਾ ਜਿਹੜੀਆਂ ਆਪਾਂ ਨੂੰ ਆਨਸਰ ਦੇ ਵਿੱਚ ਆਉਣਗੀਆਂ, ਕਿਉਂਕਿ ਸੰਵਿਧਾਨ ਦੇ ਜਿਹੜੇ ਭਾਗ ਨੇ ਹਾਲਾਂਕਿ ਉਹ ਰੀਅਲ ਨੇ, ਜਿਹੜੇ ਉਹ 22 ਹੀ ਨੇ, ਕਿਉਂਕਿ ਉਹਨਾਂ ਨੂੰ ਜਿਵੇਂ ਸੰਵਿਧਾਨ ਦਾ ਭਾਗ ਚੌਥਾ A ਨਵਾਂ ਐਡ ਕੀਤਾ, ਹੈ ਨਾ, ਇੱਦਾਂ A B C ਲਾ ਕੇ ਵੱਖਰੇ ਭਾਗ ਆ ਜਿਹੜੇ 2-3 ਉਹ ਐਡ ਕੀਤੇ ਹੋਣੇ ਨੇ, ਪਰ ਉਂਝ ਤਾਂ ਸਾਡੇ 22 ਹੀ ਭਾਗ ਨੇ। ਉਹਦੇ ਵਿੱਚ ਹੁਣ ਜੇਕਰ ਅਸੀਂ ਪਹਿਲੇ ਭਾਗ ਦੀ ਗੱਲ ਕਰੀਏ, ਉਹਦੇ ਵਿੱਚ ਜਿਵੇਂ ਹੁਣ ਆਰਟੀਕਲ 1 ਤੋਂ 4, ਫਿਰ ਭਾਗ ਦੂਸਰਾ ਆਰਟੀਕਲ 5 ਤੋਂ 11, ਭਾਗ ਤੀਸਰਾ ਜਿਹਦੇ ਵਿੱਚ ਮੌਲਿਕ ਅਧਿਕਾਰ ਆਉਂਦੇ ਨੇ ਸਾਡੇ 12 ਤੋਂ 35, ਫਿਰ ਭਾਗ ਚੌਥਾ 36 ਤੋਂ 51। ਇਸੇ ਤਰ੍ਹਾਂ ਅੱਗੇ ਭਾਗ 4A ਬਣ ਜਾਂਦਾ, ਹੈ ਨਾ, ਜਿਹਦੇ ਵਿੱਚ ਸਾਡੇ ਕਰਤੱਵ ਜਿਹੜੇ ਉਹਨਾਂ ਦਾ ਵਰਣਨ ਕੀਤਾ ਗਿਆ। ਸੋ ਮੇਰੀ ਕੋਸ਼ਿਸ਼ ਇਹ ਹੈ ਕਿ ਆਪਾਂ ਕਲਾਸਿਸ ਜਿਹੜੀਆਂ ਸਟਾਰਟ ਕਰਨੀਆਂ ਨੇ ਉਹ ਸੰਵਿਧਾਨ ਦੇ ਭਾਗ ਦੇ ਅਕੋਰਡਿੰਗ ਹੀ ਤਿਆਰ ਕਰੀਏ, ਜਿਵੇਂ ਜਿਵੇਂ ਸੰਵਿਧਾਨ ਦੇ ਭਾਗ ਨੇ, ਕਿਉਂਕਿ ਉਹਦੇ ਨਾਲ ਇੱਕ ਸਾਡੇ ਮਾਇੰਡ ਦੇ ਵਿੱਚ, ਇੱਕ ਜ਼ਹਿਨ ਦੇ ਵਿੱਚ ਸਾਡੇ ਇੱਕ ਤਸਵੀਰ ਆ ਜਿਹੜੀ ਉਹ ਬਣ ਜਾਣੀ ਹੈ। ਕਿਉਂਕਿ ਹੁਣ ਦੇਖੋ ਸੰਵਿਧਾਨ ਦਾ ਭਾਗ ਪਹਿਲਾ ਜਿਹੜਾ ਆਪਾਂ ਅੱਜ ਇਸ ਕਲਾਸ ਦੇ ਵਿੱਚ ਇਸ ਭਾਗ ਨੂੰ ਹੀ ਡਿਸਕਸ ਕਰਾਂਗੇ, ਕਿਉਂਕਿ ਆਮ ਅਸੀਂ ਇਹ ਮੰਨ ਲੈਂਦੇ ਹਾਂ ਕਿ ਸੰਵਿਧਾਨ ਦਾ ਭਾਗ ਪਹਿਲਾ ਨਾ ਜਿਹੜਾ ਉਹਦੇ ਵਿੱਚ ਸਿਰਫ 4 ਆਰਟੀਕਲ ਹੀ ਆਉਂਦੇ, ਈਜ਼ੀ ਜਿਹਾ ਹੀ ਆ। ਹਾਲਾਂਕਿ ਹਾਂ ਈਜ਼ੀ ਆ, ਕੋਈ ਉਹ ਨਹੀਂ, ਪਰ ਫਿਰ ਵੀ ਇਹਨੂੰ ਅਸੀਂ ਡੀਪਲੀ ਪੜ੍ਹਾਂਗੇ, ਕਿਉਂਕਿ ਕੁਝ ਕੁ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਇੱਦਾਂ ਮੰਨ ਕੇ ਨਾ ਵੀ ਇਹ ਬੜਾ ਸੌਖਾ ਗਾ, ਮੈਂ ਕਰ ਲੂੰਗਾ, ਮੈਂ ਪੜ੍ਹਿਆ ਹੋਇਆ, ਪਰ ਕੁਝ ਨਾ ਕੁਝ ਪੁਆਇੰਟ ਆ ਜਿਹੜੇ ਇਹਦੇ ਵਿੱਚੋਂ ਅਸੀਂ ਸਕਿੱਪ ਕਰ ਬੈਂਦੇ ਹਾਂ। ਆਪਾਂ ਇਹਨਾਂ ਚਾਰੇ ਅਨੁਛੇਦ ਨੂੰ, ਜਿਹੜੇ ਭਾਗ ਪਹਿਲੇ ਦੇ ਵਿੱਚ ਆਰਟੀਕਲ 1 ਤੋਂ 4 ਤੱਕ ਦਿੱਤੇ ਨੇ, ਇਹਨੂੰ ਡੀਪਲੀ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਜਿਹੜੇ ਸਾਡੇ ਮਾਸਟਰ ਕੇਡਰ ਦੇ SST ਦੇ ਪੇਪਰ ਨੇ, ਜਿਵੇਂ ਹੁਣ ਪਿਛਲੇ ਪੇਪਰ ਦੀ ਗੱਲ ਕਰੀਏ, ਹੈ ਨਾ, ਵੀ ਬੜੇ ਈਜ਼ੀ ਲੈਵਲ ਦਾ ਪੇਪਰ ਸੀਗਾ, ਅਤੇ ਪਰ ਫਿਰ ਵੀ ਆਪਾਂ ਦੋਨੇ ਪੱਖ ਲੈ ਕੇ ਚੱਲਾਂਗੇ, ਚਾਹੇ ਪੇਪਰ ਸਾਡਾ ਈਜ਼ੀ ਆ ਜੇ, ਚਾਹੇ ਸਾਡਾ ਪੇਪਰ ਹੈ ਜਿਹੜਾ ਅਪ ਲੈਵਲ ਦਾ ਆ ਜੇ, ਸਟਰੋਂਗ ਆ ਜੇ, ਹੈ ਨਾ। ਅਤੇ ਸਾਨੂੰ ਕੋਈ, ਜੇਕਰ ਅਸੀਂ ਚੰਗੀ ਤਿਆਰੀ ਦੇ ਨਾਲ ਜਾਵਾਂਗੇ, ਹੈ ਨਾ, ਅਤੇ ਉਹਨੂੰ ਅਸੀਂ ਈਜ਼ੀ ਆ ਜਿਹੜਾ ਉਹ ਹੈਂਡਲ ਵੀ ਕਰ ਸਕਾਂਗੇ। ਇਹਦੇ ਨਾਲ ਨਾਲ ਜੇਕਰ ਅਸੀਂ ਇਹਨਾਂ ਅਨੁਛੇਦ ਨੂੰ ਡੀਪਲੀ ਪੜ੍ਹਾਂਗੇ ਤਾਂ ਸਾਨੂੰ 2 ਬੈਨੀਫਿਟ ਹੋਣੇ ਨੇ ਇਹਦੇ। ਦੇਖੋ, ਇੱਕ ਤਾਂ ਮਾਸਟਰ ਕੇਡਰ ਦੇ ਵਾਸਤੇ, ਅਤੇ ਦੂਸਰਾ ਪੋਲੀਟੀਕਲ ਸਾਇੰਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ 70 ਤੋਂ ਉੱਪਰ ਲਗਭਗ ਮੈਨੂੰ ਲੱਗਦਾ ਪੋਸਟਾਂ ਹੈਗੀਆਂ ਜਿਹੜੀਆਂ ਲੈਕਚਰਾਰ ਦੀਆਂ ਨੇ, ਉੱਥੇ ਵੀ ਸਾਨੂੰ ਸਾਡੀ ਤਿਆਰੀ ਹੈ ਜਿਹੜੀ ਉਹ ਕੰਮ ਦੇਣੀ ਹੈ, ਹੈ ਨਾ। ਅਤੇ ਬਾਕੀ ਅਸੀਂ ਅਧਿਆਪਕ ਬਣਨਾ ਗਾ, ਅਤੇ ਜਿੰਨਾ ਸਾਡੇ ਕੋਲ ਗਿਆਨ ਸਾਡੇ ਵਿਸ਼ੇ ਦਾ ਹੋਊਗਾ ਓਨਾ ਹੀ ਥੋੜ੍ਹਾ ਗਾ। ਸੋ ਦੇਰੀ ਨਾ ਕਰਦੇ ਹੋਏ ਸੰਵਿਧਾਨ ਦਾ ਭਾਗ ਪਹਿਲਾ ਆਰਟੀਕਲ 1 ਤੋਂ 4 ਸੋ ਸਟਾਰਟ ਕਰਦੇ ਹਾਂ। ਹੁਣ ਦੇਖੋ, ਪਹਿਲੀ ਲਾਈਨ ਦੇ ਵਿੱਚ ਹੀ ਆਪਾਂ ਇਹਨੂੰ ਪਹਿਲਾਂ ਰੀਡ ਕਰ ਲੈਣਾ ਗਾ, ਜੋ ਮੈਂ ਨੋਟਸ ਰੈਡੀ ਕੀਤੇ ਨੇ।
ਬਾਅਦ ਦੇ ਵਿੱਚ ਆਪਾਂ ਉਹਦੀ ਡਿਸਕਸ਼ਨ ਕਰਾਂਗੇ। ਹੁਣ ਦੇਖੋ ਪਹਿਲੀ ਲਾਈਨ ਦੇ ਵਿੱਚ ਹੀ ਸਾਡਾ ਇੱਕ ਕੁਐਸਚਨ ਬਣ ਜਾਂਦਾ ਹੈਗਾ ਕਿ ਭਾਗ ਪਹਿਲਾ ਅਨੁਛੇਦ 1 ਤੋਂ 4। ਹੁਣ ਜੇਕਰ ਇਹ ਕੁਐਸਚਨ ਬਣ ਗਿਆ ਵੀ ਭਾਗ ਪਹਿਲੇ ਦੇ ਵਿੱਚ ਕਿੰਨੇ ਤੋਂ ਕਿੰਨੇ ਤੱਕ ਅਨੁਛੇਦ ਨੇ, ਉਹਨਾਂ ਨੇ ਆਪਸ਼ਨ ਦੇ ਦੇਣੇ 1 ਤੋਂ 5, 1 ਤੋਂ 7, ਜੋ ਵੀ ਹੈ। ਇਹ ਹੁਣ ਸਾਡੇ ਧਿਆਨ 'ਚ ਹੋਵੇ ਵੀ 1 ਤੋਂ ਲੈ ਕੇ 4 ਤੱਕ ਜਿਹੜੇ ਆਰਟੀਕਲ ਨੇ ਉਹ ਭਾਗ ਪਹਿਲੇ ਦੇ ਵਿੱਚ ਨੇ। ਹੁਣ ਦੇਖੋ ਅੱਗੇ ਕੀ ਲਿਖਿਆ, ਅਨੁਛੇਦ 1 ਕੀ ਕਹਿੰਦਾ। ਅਨੁਛੇਦ 1 ਦੇ ਵਿੱਚ ਕਿਹਾ ਗਿਆ ਹੈ ਕਿ ਇੰਡੀਆ ਭਾਵ ਭਾਰਤ ਰਾਜਾਂ ਦਾ ਸੰਘ ਹੋਵੇਗਾ। ਹੁਣ ਦੇਖੋ ਇੱਥੇ ਪ੍ਰਸ਼ਨ ਬਣ ਗਿਆ ਸਾਡਾ, ਅਨੁਛੇਦ 1 ਦੇ ਵਿੱਚ ਭਾਰਤ ਨੂੰ ਕੀ ਕਿਹਾ ਗਿਆ ਹੈ, ਰਾਜਾਂ ਦਾ ਸੰਘ ਕਿਹਾ ਜਾਂ ਸਮੂਹ ਕਿਹਾ। ਕਿਉਂਕਿ ਦੇਖੋ ਅਸੀਂ ਮੋਸਟਲੀ ਨਾ ਜ਼ਿਆਦਾਤਰ ਇਹਨਾਂ ਦੋਨਾਂ ਦੇ ਵਿੱਚ ਕਨਫਿਊਜ਼ ਹੁੰਦੇ ਹਾਂ। ਜ਼ਿਆਦਾਤਰ ਵਿਦਿਆਰਥੀ ਵੀ ਸੰਘ ਜਾਂ ਸਮੂਹ 'ਚ ਉਲਝ ਜਾਂਦੇ ਆ ਜਦੋਂ ਉੱਥੇ ਦੋ ਆਪਸ਼ਨ ਹੁੰਦੀਆਂ ਨਾ, ਦੋ ਜੋ ਹੁੰਦਾ ਵੀ ਜ਼ਿਆਦਾ ਇੱਦਾਂ ਹੀ ਆ। ਜਦੋਂ ਸਾਡੀ ਤਿਆਰੀ ਜਿੰਨੀ ਅਸੀਂ ਵਧੀਆ ਕਰਕੇ ਜਾਈਏ, ਦੋ ਆਪਸ਼ਨ ਦੇ ਵਿੱਚ ਅਸੀਂ ਉਲਝ ਜਾਂਦੇ ਹੁੰਦੇ ਹਾਂ। ਅਤੇ ਹੁਣ ਆਪਣੀ ਕੋਸ਼ਿਸ਼ ਇਹ ਰਹੂਗੀ ਕਿ ਅਸੀਂ ਇਸ ਢੰਗ ਨਾਲ ਤਿਆਰੀ ਕਰਾਂਗੇ ਕਿ ਸਾਨੂੰ ਪੇਪਰ ਦੇ ਵਿੱਚ ਬੈਠੀਏ ਤਾਂ ਬੜਾ ਈਜ਼ੀ ਹੈ ਜਿਹੜਾ ਹੈਂਡਲ ਕਰ ਸਕੀਏ ਪੇਪਰ ਨੂੰ। ਇਹ ਹੁਣ ਗੱਲ ਯਾਦ ਰੱਖਣੀ ਆ ਕਿ ਆਰਟੀਕਲ 1 ਦੇ ਵਿੱਚ ਭਾਰਤ ਨੂੰ ਰਾਜਾਂ ਦਾ ਸੰਘ ਕਿਹਾ ਗਿਆ। ਹੁਣ ਇਹਦਾ ਮਤਲਬ ਸਮਝੋ ਕੀ ਹੈ ਵੀ ਸੰਘ ਆ ਜਿਹੜਾ ਭਾਰਤ, ਜਿਹੜੇ ਜਿਵੇਂ ਅਸੀਂ ਪੰਜਾਬ, ਹਰਿਆਣਾ, ਯੂਪੀ, ਮੱਧ ਪ੍ਰਦੇਸ਼, ਜੋ ਵੀ ਸਾਡੇ ਸਟੇਟਸ ਨੇ, ਇਹ ਇਹਦਾ ਹਿੱਸਾ ਨੇ। ਇਹਨਾਂ ਨੂੰ ਜੋੜ ਕੇ ਹੀ ਇੱਕ ਸੰਘ ਬਣਿਆ ਹੋਇਆ। ਇਹ ਯਾਦ ਰੱਖਣਾ, ਸਮੂਹ ਨਹੀਂ ਕਿਹਾ ਗਿਆ, ਸੰਘ ਇੱਕ ਆ ਇਹ। ਇਹਨਾਂ ਨੂੰ ਜੋੜ ਕੇ ਹੀ ਸਾਡਾ ਜਿਹੜਾ ਰਾਜ ਬਣਿਆ ਭਾਰਤ ਆ ਜਿਹੜਾ। ਅਨੁਛੇਦ 1 ਦੇ ਵਿੱਚ ਭਾਰਤ ਨੂੰ ਕੀ ਕਿਹਾ ਗਿਆ ਗਾ, ਰਾਜਾਂ ਦਾ ਸੰਘ। ਹੁਣ ਇੱਕ ਹੋਰ ਗੱਲ ਨੂੰ ਯਾਦ ਰੱਖਣਾ ਤੁਸੀਂ, ਆਰਟੀਕਲ 1 ਦੇ ਵਿੱਚ ਕੀ ਕਿਹਾ ਗਿਆ ਗਾ, ਜਿਹੜਾ ਸਾਡਾ ਦੇਸ਼ ਆ। ਹੁਣ ਦੇਖੋ ਨਾ, ਇਹਨੂੰ ਇੰਡੀਆ ਕਿਹਾ ਕਿ ਭਾਰਤ ਕਿਹਾ ਕਿ ਦੋਵੇਂ ਕਿਹਾ ਜਾਂ ਹਿੰਦੁਸਤਾਨ ਕਿਹਾ। ਉੱਥੇ ਹੁਣ ਤੁਸੀਂ ਉੱਥੇ ਵੀ ਉਲਝਣਬਾਜ਼ੀ ਪੈ ਜਾਂਦੀ ਹੈ ਕਈ ਵਾਰੀ ਵੀ ਹੋ ਸਕਦਾ ਇੰਡੀਆ ਹੀ ਕਿਹਾ ਵੀ ਹਿੰਦੁਸਤਾਨ। ਤਾਂ ਸਾਨੂੰ ਪਤਾ ਵੀ ਹਿੰਦੁਸਤਾਨ ਤਾਂ ਕਿਤੇ ਸੰਵਿਧਾਨ 'ਚ ਸ਼ਾਇਦ ਸ਼ਬਦ ਯੂਜ਼ ਨਹੀਂ ਹੋਇਆ। ਪਰ ਇੱਥੇ ਹੁਣ ਇਹ ਗੱਲ ਯਾਦ ਰੱਖਣੀ ਆ ਕਿ ਆਰਟੀਕਲ 1 ਦੇ ਵਿੱਚ ਭਾਰਤ ਨੂੰ ਇੰਡੀਆ ਅਤੇ ਭਾਰਤ, ਸਾਡੇ ਦੇਸ਼ ਨੂੰ ਇੰਡੀਆ ਵੀ ਕਿਹਾ ਅਤੇ ਭਾਰਤ ਵੀ ਕਿਹਾ ਗਿਆ ਗਾ। ਇਹਦਾ ਹੁਣ ਕਾਰਨ ਦੇਖੋ, ਹੁਣ ਇਹ ਪ੍ਰਸ਼ਨ ਤਾਂ ਨਹੀਂ ਬਣਦਾ ਵੀ ਕਾਰਨ, ਪਰ ਸਾਨੂੰ ਪਤਾ ਜ਼ਰੂਰ ਹੋਵੇ ਵੀ ਕਿਉਂ ਦੋਨੇ ਸ਼ਬਦ ਕਿਉਂ ਵਰਤੇ। ਜਿਹੜੀ ਸਾਡੀ ਸੰਵਿਧਾਨ ਸਭਾ ਸੀ ਨਾ, ਉਹਦੇ ਵਿੱਚ ਕੀ ਸੀ, ਸੰਵਿਧਾਨ ਸਭਾ ਦੇ ਕੁਝ ਮੈਂਬਰ ਸੀ ਜਿਹੜੇ ਉਹ ਤਾਂ ਇਸ ਪੱਖ ਦੇ ਸੀ ਜਿਹੜੇ ਦੇਸ਼ ਦਾ ਨਾਂ ਭਾਰਤ ਰੱਖਣਾ ਚਾਹੁੰਦੇ ਸੀ, ਅਤੇ ਕੁਝ ਸੀ ਜਿਹੜੇ ਉਹ ਇਸ ਪੱਖ ਦੇ ਸੀਗੇ ਜਿਹੜੇ ਇੰਡੀਆ ਰੱਖਣਾ ਚਾਹੁੰਦੇ ਸੀ। ਸੋ ਫਿਰ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਇਹ ਫੈਸਲਾ ਲਿਆ ਸੀ ਕਿ ਅਨੁਛੇਦ 1 ਦੇ ਵਿੱਚ ਜਿਹੜਾ ਸਾਡਾ ਦੇਸ਼ ਆ, ਇਹਦੇ ਦੋਨੇ ਨਾਮ ਆ ਜਿਹੜੇ ਉਹੀ ਅਨਾਊਂਸ ਕਰ ਦਿੰਦੇ ਹਾਂ ਅਸੀਂ, ਇੰਡੀਆ ਵੀ ਅਤੇ ਭਾਰਤ ਵੀ। ਇੱਕ ਹੋਰ ਗੱਲ ਯਾਦ ਰੱਖਣੀ ਇੱਥੇ ਆਪਾਂ, ਜਿਹੜੀ ਮੈਂ ਪਹਿਲਾਂ ਕਹਿ ਕੇ ਹਟਿਆਂਗਾ ਕਿ ਭਾਰਤ ਨੂੰ ਰਾਜਾਂ ਦਾ ਸੰਘ ਕਿਹਾ ਗਿਆ। ਠੀਕ ਹੈ, ਕਿਹਨੇ ਕਿਹਾ ਇਹ ਸ਼ਬਦ, ਕਿਹਨੇ ਕਿਹਾ ਸੀਗਾ? ਇਹ ਜਿਹੜੀ ਸੰਵਿਧਾਨ ਦੇ ਵਿੱਚ ਇਹ ਮੈਂਸ਼ਨ ਕੀਤੀ ਹੈ ਗੱਲ। ਹੁਣ ਉੱਥੇ ਸਾਡੇ ਇਹ ਕੁਐਸਚਨ ਬਣ ਰਹੇ ਨੇ। ਇਹ ਦੇਖੋ, ਉੱਥੇ ਆਪਸ਼ਨ ਹੋ ਸਕਦੀ ਹੈ ਡਾਕਟਰ ਰਜਿੰਦਰ ਪ੍ਰਸਾਦ, ਜਵਾਹਰ ਲਾਲ ਨਹਿਰੂ, ਭੀਮ ਰਾਓ ਅੰਬੇਦਕਰ। ਹੁਣ ਇਹਦਾ ਆਨਸਰ ਹੈ ਜਿਹੜਾ ਡਾਕਟਰ ਭੀਮ ਰਾਓ ਅੰਬੇਦਕਰ। ਭਾਰਤ ਨੂੰ ਰਾਜਾਂ ਦਾ ਸੰਘ ਕਿਸ ਨੇ ਕਿਹਾ? ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਕਿਹਾ। ਹੁਣ ਦੇਖੋ ਕਾਫੀ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਅਨੁਛੇਦ 1 ਦੇ ਵਿੱਚੋਂ ਕਲੀਅਰ ਹੋ ਰਹੀਆਂ ਨੇ। ਕਾਫੀ ਸਾਰੇ ਕੁਐਸਚਨ ਨੇ ਜਿਹੜੇ ਉਹ ਇਹਦੇ ਵਿੱਚੋਂ ਬਣ ਰਹੇ ਨੇ। ਇੱਕ ਵਾਰੀ ਮੈਂ ਫਿਰ ਇਹਨੂੰ ਰੀਡ ਕਰਦਾ। ਅਨੁਛੇਦ 1 ਵਿੱਚ ਕਿਹਾ ਗਿਆ ਹੈ ਕਿ ਇੰਡੀਆ ਭਾਵ ਭਾਰਤ ਰਾਜਾਂ ਦਾ ਸੰਘ ਹੋਵੇਗਾ। ਇਹ ਸ਼ਬਦ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਕਹੇ ਸਨ। ਇੱਥੇ ਯਾਦ ਰੱਖਣ ਯੋਗ ਗੱਲ ਇਹ ਹੈ ਕਿ ਅਨੁਛੇਦ 1 ਵਿੱਚ ਇੰਡੀਆ ਅਤੇ ਭਾਰਤ ਦੋਵੇਂ ਨਾਮ ਕਿਉਂ ਵਰਤੇ ਗਏ। ਇਹ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆਂਗਾ ਕਿ ਇਸ ਕਥਨ ਦਾ ਇਹ ਕਾਰਨ ਸੀਗਾ ਕਿ ਕੁਝ ਮੈਂਬਰ ਇਹਨੂੰ ਭਾਰਤ ਕਹਿਣਾ ਚਾਹੁੰਦੇ ਸੀ ਅਤੇ ਕੁਝ ਇੰਡੀਆ। ਸੋ ਦੋਨੇ ਨਾਮ ਆ ਜਿਹੜੇ ਫਿਰ ਉਹ ਐਡ ਕਰ ਲਏ ਗਏ। ਠੀਕ ਹੈ ਜੀ। ਆਰਟੀਕਲ 1 ਦੇ ਵਿੱਚ ਭਾਰਤ ਦੇ ਜਿਹੜੇ ਸਾਡੇ ਰਾਜ ਨੇ, ਕੇਂਦਰ ਸ਼ਾਸਤ ਪ੍ਰਦੇਸ਼ ਨੇ, ਉਹਨਾਂ ਦੇ ਵਰਣਨ ਆ ਜਿਹੜਾ ਉਹ ਕੀਤਾ ਗਿਆ ਹੈਗਾ। ਅਤੇ ਆਸ ਕਰਦਾ, ਮੈਂ ਉਮੀਦ ਕਰਦਾ ਕਿ ਆਰਟੀਕਲ 1 ਆ ਜਿਹੜਾ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਿਹੜਾ ਉਹ ਪੈ ਗਿਆ ਹੋਣਾ ਗਾ। ਸੈਕਿੰਡ ਹੈਗਾ ਸਾਡੇ ਕੋਲ ਆਰਟੀਕਲ 2। ਹੁਣ ਦੇਖੋ ਭਾਰਤ ਵਿੱਚ ਨਵੇਂ ਰਾਜਾਂ ਦੀ ਸਥਾਪਨਾ ਦੀ ਗੱਲ ਕੀਤੀ ਗਈ ਹੈ। ਹੁਣ ਇਹਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਆਪਾਂ ਸਾਰਿਆਂ ਨੇ, ਕਿਉਂਕਿ ਆਰਟੀਕਲ 2 ਅਤੇ 3 ਅਸੀਂ ਇਹਨਾਂ ਦੋਨਾਂ ਦੇ ਵਿੱਚ ਕਨਫਿਊਜ਼ ਹੋ ਜਾਂਦੇ ਹਾਂ ਵੀ 3 'ਚ ਕੀ ਕਿਹਾ ਅਤੇ 2 'ਚ ਕੀ ਕਿਹਾ। ਹਾਲਾਂਕਿ ਕਨਫਿਊਜ਼ ਅਸੀਂ ਕਾਰਨ ਕੀ ਆ, ਕਿਉਂ ਹੁੰਦੇ ਆ? ਕਿਉਂਕਿ ਦੋਨਾਂ ਦੇ ਵਿੱਚ ਹੀ ਨਵੇਂ ਰਾਜਾਂ ਦੀ ਗੱਲ ਕੀਤੀ ਗਈ ਹੈ। ਹੁਣ ਅਸੀਂ ਫਰਕ ਸਮਝਣਾ ਵੀ ਨਵੇਂ ਰਾਜਾਂ ਦੀ ਕਿਹੜੇ ਢੰਗ ਨਾਲ, ਆਰਟੀਕਲ 2 ਕਿਹੜੇ ਢੰਗ ਨਾਲ ਨਵੇਂ ਰਾਜ ਦੀ ਗੱਲ ਕਰਦਾ, ਆਰਟੀਕਲ 3 ਆ ਜਿਹੜਾ ਉਹ ਕਿਹੜੇ ਢੰਗ ਨਾਲ ਗੱਲ ਕਰਦਾ। ਦੇਖੋ ਜਿਹੜਾ ਆਰਟੀਕਲ 2 ਆ, ਭਾਰਤ ਵਿੱਚ ਨਵੇਂ ਰਾਜਾਂ ਦੀ ਸਥਾਪਨਾ ਦੀ ਗੱਲ ਕੀਤੀ ਗਈ ਹੈ। ਭਾਵ ਕਿਸੇ ਗੁਆਂਢੀ ਦੇਸ਼ ਦੇ ਖੇਤਰ ਨੂੰ ਜਿੱਤ ਕੇ ਆਪਣੇ ਦੇਸ਼ ਦਾ ਨਵਾਂ ਰਾਜ ਬਣਾ ਲੈਣਾ।
ਇਹ ਪਾਵਰ ਕਿਹਦੇ ਕੋਲੇ? ਸੰਸਦ ਕੋਲੇ। ਹੁਣ ਦੇਖੋ ਆਰਟੀਕਲ 2 ਨੂੰ ਸਮਝੋ। ਭਾਰਤ ਦੇ ਕੋਲੇ, ਭਾਰਤ ਦੀ ਸੰਸਦ ਦੇ ਕੋਲੇ ਕਾਨੂੰਨ ਦੇ ਰਾਹੀਂ, ਆਰਟੀਕਲ 2 ਦੇ ਰਾਹੀਂ ਇਹ ਪਾਵਰ ਮਿਲੀ ਹੋਈ ਆ ਕਿ ਅਸੀਂ ਜੇਕਰ ਕਿਸੇ ਸਾਡਾ ਗੁਆਂਢੀ ਮੁਲਕ ਆ, ਪਾਕਿਸਤਾਨ ਆ, ਬੰਗਲਾਦੇਸ਼ ਆ, ਨੇਪਾਲ ਆ, ਜੇਕਰ ਅਸੀਂ ਕਿਸੇ ਖੇਤਰ ਨੂੰ ਜਿਹੜਾ ਉਹਨਾਂ ਮੁਲਕਾਂ ਦਾ ਗਾ ਅਸੀਂ ਯੁੱਧ ਦੇ ਰਾਹੀਂ ਜਿੱਤ ਕੇ ਆਪਣੇ ਖੇਤਰ ਦੇ ਵਿੱਚ ਸ਼ਾਮਲ ਕਰ ਲੈਂਦੇ ਹਾਂ, ਤਾਂ ਅਸੀਂ ਉੱਥੇ ਇੱਕ ਨਵੇਂ ਰਾਜ ਦੀ ਸਥਾਪਨਾ ਕਰ ਸਕਦੇ ਹਾਂ। ਆਰਟੀਕਲ 2 ਦੇ ਵਿੱਚ ਲਿਖਿਆ ਗਿਆ ਨਵੇਂ ਰਾਜ ਦੀ ਸਥਾਪਨਾ। ਹੁਣ ਇੱਥੇ ਫਰਕ ਸਮਝੋ, ਅੱਗੇ ਆਪਾਂ ਆਰਟੀਕਲ 3 ਨੂੰ ਡਿਸਕਸ਼ਨ ਕਰਨੀ, ਉਹਨੂੰ ਡਿਸਕਸ ਕਰਾਂਗੇ। ਆਰਟੀਕਲ 2 ਦੇ ਰਾਹੀਂ ਕੀ ਆ, ਅਸੀਂ ਕਿਸੇ ਗੁਆਂਢੀ ਦੇਸ਼ ਤੋਂ ਜੇਕਰ ਕੋਈ ਖੇਤਰ ਜਿੱਤਦੇ ਹਾਂ, ਉੱਥੇ ਅਸੀਂ ਕੋਈ ਨਵਾਂ ਸੂਬਾ ਬਣਾਈਏ, ਜਿਹੜਾ ਉਹਦੀ ਗੱਲ ਕੀਤੀ ਹੈ ਇੱਥੇ ਆਰਟੀਕਲ 2 ਦੇ ਵਿੱਚ। ਹੁਣ ਆਰਟੀਕਲ 3, ਹੁਣ ਇੱਥੇ ਫਰਕ ਸਮਝਣ ਦੀ ਗੱਲ ਕਰਾਂਗੇ ਆਪਾਂ, ਧਿਆਨ ਨਾਲ ਸਮਝੋ। ਭਾਰਤ ਅੰਦਰ ਕਿਸੇ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਖੇਤਰ ਘਟਾਇਆ ਵਧਾਇਆ ਜਾ ਸਕਦਾ। ਹੁਣ ਇਹ ਦੇਖੋ ਆਰਟੀਕਲ 3 ਦੇ ਵਿੱਚ ਕੀ ਕਿਹਾ, ਦੇਸ਼ ਦੇ ਅੰਦਰਲੇ ਰਾਜਾਂ ਵਿੱਚ ਹੀ ਹੋਰ ਰਾਜ ਬਣਾਏ ਜਾ ਸਕਦੇ ਆ। ਕਹਿਣ ਦਾ ਮਤਲਬ ਰਾਜ ਦੇਖੋ ਆਰਟੀਕਲ 2 ਰਾਹੀਂ ਵੀ ਬਣਾਇਆ ਜਾ ਸਕਦਾ ਤੇ 3 ਰਾਹੀਂ ਵੀ। ਹੁਣ 3 ਰਾਹੀਂ ਕਿਵੇਂ ਬਣਾਇਆ ਜਾ ਸਕਦਾ? ਭਾਰਤ ਦੇ ਵਿੱਚ ਆਲਰੇਡੀ ਜਿਹੜੀਆਂ ਸਾਡੇ ਕੋਲ ਸਟੇਟਸ ਪਹਿਲਾਂ ਹੈਗੀਆਂ ਨੇ, ਉਹਨਾਂ ਦਾ ਖੇਤਰ ਘਟਾ ਕੇ ਭਾਰਤ ਦੀ ਸੰਸਦ ਕੋਲੇ ਪਾਵਰ ਆ ਕਿ ਇੱਕ ਹੋਰ ਨਵੇਂ ਰਾਜ ਦਾ ਨਿਰਮਾਣ ਵੀ ਭਾਰਤ ਦੇ ਵਿੱਚ ਕੀਤਾ ਜਾ ਸਕਦਾ। ਜਿਵੇਂ ਸਾਡੇ ਕੋਲ ਕਿੰਨੀਆਂ ਹੀ ਉਦਾਹਰਨਾਂ ਨੇ, ਜਿਵੇਂ ਸਾਡੇ ਪੰਜਾਬ ਦੇ ਵਿੱਚੋਂ ਹਰਿਆਣਾ 1966 ਦੇ ਵਿੱਚ ਇੱਕ ਨਵਾਂ ਸੂਬਾ ਬਣਾਇਆ ਗਿਆ। ਸਾਡੇ ਕੁਝ ਖੇਤਰ ਆ ਜਿਹੜੇ ਹਿਮਾਚਲ ਪ੍ਰਦੇਸ਼ ਨੂੰ ਦਿੱਤੇ ਗਏ ਨੇ। ਇਹਦੇ ਨਾਲ ਹੀ 2 ਜੂਨ 2014 ਨੂੰ ਆਂਧਰਾ ਪ੍ਰਦੇਸ਼ ਦੇ ਵਿੱਚੋਂ ਤੇਲੰਗਾਨਾ ਜਿਹੜੀ ਨਵੀਂ ਸਟੇਟ ਆ ਉਹ ਬਣਾਈ ਗਈ ਆ। ਠੀਕ ਹੈ, ਹੁਣ ਇੱਥੇ ਸਮਝਣਾ ਗਾ ਵੀ 3 ਦੇ ਰਾਹੀਂ ਤਾਂ ਅਸੀਂ ਆਪਣੇ ਦੇਸ਼ ਦੇ ਖੇਤਰ ਦੇ ਵਿੱਚੋਂ ਹੀ ਨਵਾਂ ਸੂਬਾ ਬਣਾ ਸਕਦੇ ਹਾਂ, ਅਤੇ ਆਰਟੀਕਲ 2 ਦੇ ਰਾਹੀਂ ਅਸੀਂ ਕਿਸੇ ਗੁਆਂਢੀ ਦੇਸ਼ ਤੋਂ, ਹੋਰ ਮੁਲਕ ਨੇ ਜਿਹੜੇ, ਉਹਨਾਂ ਦੇ ਖੇਤਰ ਲੈ ਕੇ ਯੁੱਧ ਦੇ ਰਾਹੀਂ ਉੱਥੇ ਨਵੇਂ ਸੂਬੇ ਦਾ ਨਿਰਮਾਣ ਆ ਜਿਹੜਾ ਉਹ ਕਰ ਸਕਦੇ ਹਾਂ। ਠੀਕ ਹੈ, ਇਹ ਗੱਲਾਂ ਨੂੰ ਆਪਾਂ ਉਮੀਦ ਕਰਦਾ ਮੈਂ ਤੁਸੀਂ ਦੋਨਾਂ ਦੇ ਵਿੱਚ ਫਰਕ ਸਮਝ ਲਿਆ ਹੋਣਾ ਵੀ 2 ਦੇ ਵਿੱਚ ਕੀ ਕਿਹਾ ਗਿਆ ਅਤੇ 3 ਦੇ ਵਿੱਚ ਕੀ ਕਿਹਾ ਗਿਆ। ਹੁਣ ਇੱਕ ਗੱਲ ਇੱਥੇ ਹੋਰ ਕੁਐਸਚਨ ਕੀ ਬਣ ਰਹੇ ਨੇ। ਹੁਣ ਦੇਖੋ 2 ਦੇ ਵਿੱਚ ਅਸੀਂ ਅੰਤਰਰਾਸ਼ਟਰੀ ਪੱਧਰ ਕਾਰਨ ਹੈ ਨਾ ਵੀ ਨਵਾਂ ਸੂਬਾ ਕਿਵੇਂ ਬਣਾ ਸਕਦੇ ਹਾਂ। ਹੁਣ ਦੇਖੋ ਰਾਸ਼ਟਰ ਤੋਂ ਬਾਹਰ ਦੀ ਗੱਲ ਆ ਨਾ, ਉਹ 2 ਰਾਹੀਂ, ਆਰਟੀਕਲ 2 ਰਾਹੀਂ। ਜੇਕਰ ਅਸੀਂ ਦੇਸ਼ ਦੇ ਵਿੱਚ ਹੀ ਨਵੇਂ ਰਾਜ ਦੀ ਗੱਲ ਕਰੀਏ ਤਾਂ ਆਰਟੀਕਲ 3 ਦੇ ਰਾਹੀਂ। ਇਹ ਫਰਕ ਸਮਝਣਾ ਗਾ ਤੁਸੀਂ। ਅਤੇ ਇੱਕ ਅਨੁਛੇਦ 3 ਦੇ ਵਿੱਚ ਇਹ ਯਾਦ ਰੱਖਣਾ ਗਾ, ਜਦੋਂ ਭਾਰਤ ਦੇ ਵਿੱਚ ਭਾਰਤ ਦੇ ਰਾਜਾਂ ਤੋਂ ਹੀ ਕੋਈ ਨਵਾਂ ਰਾਜ ਆ ਜਿਹੜਾ ਉਹ ਬਣਾਇਆ ਜਾਂਦਾ, ਉਹਨਾਂ ਦੇ ਨਾਮ ਚੇਂਜ ਕਰਨ ਦੀ ਸ਼ਕਤੀ ਹੈ ਉਹ ਵੀ ਆਰਟੀਕਲ 3 ਦੇ ਵਿੱਚ ਹੀ ਆ ਜਾਂਦੀ ਹੈ ਨਾ। ਅਤੇ ਇਹਦੇ ਵਿੱਚ ਰਾਜਾਂ ਦੀਆਂ ਜਿਹੜੀਆਂ ਵਿਧਾਨ ਮੰਡਲ ਨੇ ਉਹਨਾਂ ਕੋਲ ਕੋਈ ਪਾਵਰ ਨਹੀਂ ਹੈਗੀ। ਠੀਕ ਆ, ਕਹਿਣ ਦਾ ਮਤਲਬ ਕੋਈ ਜਿਵੇਂ ਹੁਣ ਆਂਧਰਾ ਪ੍ਰਦੇਸ਼ ਦੀ ਗੱਲ ਕੀਤੀ ਹੈ ਜਾਂ ਸਾਡੇ ਪੰਜਾਬ ਦੀ ਗੱਲ ਕੀਤੀ ਸੀ ਵੀ ਇਹ ਜਿਹੜੇ ਸੂਬੇ ਹੋਣਗੇ, ਜੇਕਰ ਕਿਸੇ ਸੂਬੇ ਦੇ ਵਿੱਚੋਂ ਕੋਈ ਨਵਾਂ ਸੂਬਾ ਬਣਾਉਣਾ ਤਾਂ ਉਹ ਸੂਬੇ ਦੀਆਂ ਸਰਕਾਰਾਂ ਨੇ ਜਿਹੜੀਆਂ ਸੰਸਦ ਦੀ ਵਿਰੋਧਤਾ ਨਹੀਂ ਕਰ ਸਕਦੀਆਂ, ਉਹ ਮਨਾ ਨਹੀਂ ਕਰ ਸਕਦੀਆਂ। ਇਹ ਗੱਲ ਨੂੰ ਯਾਦ ਰੱਖਣਾ ਗਾ। ਠੀਕ ਆ, ਉੱਥੇ ਕੋਈ ਆਪਸ਼ਨ ਵੀ ਪਾਈ ਜਾ ਸਕਦੀ ਆ ਸਾਨੂੰ ਆਨਸਰ ਦੇ ਵਿੱਚ ਵੀ ਕੀ ਰਾਜ ਵਿਧਾਨ ਮੰਡਲ ਆ ਜਿਹੜੇ ਕਿੰਨੇ ਤਿਹਾਈ ਬਹੁਮਤ ਦੇ ਨਾਲ ਮਤਾ ਪਾਸ ਕਰਕੇ ਭੇਜਣੀਆਂ, ਨਹੀਂ, ਉਹਨਾਂ ਕੋਲੇ ਰਾਜ ਵਿਧਾਨ ਮੰਡਲ ਦੇ ਕੋਲੇ ਕੋਈ ਪਾਵਰ ਨਹੀਂ ਹੈਗੀ ਇਹੋ ਜਿਹੀ। ਇਹ ਸੰਸਦ ਦੇ ਕੋਲ ਹੀ ਹੈ। ਕਿਸੇ ਵੀ ਸੂਬੇ ਦਾ ਖੇਤਰ ਆ ਉਹ ਘਟਾ ਵਧਾ ਸਕਦੇ ਆ, ਕਿਸੇ ਦੂਜੇ ਸੂਬੇ 'ਚ ਜੋੜ ਸਕਦੇ ਆ, ਕੋਈ ਨਵਾਂ ਸੂਬਾ ਬਣਾ ਸਕਦੇ ਆ। ਇੱਕ ਹੋਰ ਗੱਲ ਦੇਖੋ, ਜਦੋਂ ਆਰਟੀਕਲ 2 ਅਤੇ 3 ਇਹਨਾਂ ਦੇ ਰਾਹੀਂ ਜਦੋਂ ਅਸੀਂ ਨਵਾਂ ਸੂਬਾ ਜਿਹੜਾ ਹੈ ਨਾ ਉਹ ਬਣਾਉਣਾ ਗਾ, ਤਾਂ ਸੰਸਦ ਦੇ ਵਿੱਚੋਂ ਬਹੁਮਤ ਦੀ ਲੋੜ ਹੁੰਦੀ ਆ। ਹੁਣ ਇਹ ਯਾਦ ਰੱਖਣਾ, ਉੱਥੇ ਸਧਾਰਨ ਬਹੁਮਤ ਦੀ ਲੋੜ ਹੁੰਦੀ ਆ। ਆਮ ਬਹੁਮਤ ਦੇ ਨਾਲ ਹੀ ਸੰਸਦ ਆ ਜਿਹੜੀ ਉਹ ਕਿਸੇ ਨਵੇਂ ਸੂਬੇ ਦਾ ਨਿਰਮਾਣ ਆ ਜਿਹੜਾ ਉਹ ਕਰ ਸਕਦੀ ਆ। ਠੀਕ ਹੈ, ਅਤੇ ਚੰਗੀ ਤਰ੍ਹਾਂ ਤੁਸੀਂ ਆਰਟੀਕਲ 1, 2 ਅਤੇ 3 ਇਹ ਸਮਝ ਗਏ ਹੋਵੋਗੇ ਹੈ ਨਾ। ਫਿਰ ਵੀ ਜੇਕਰ ਕਿਤੇ ਕੁਛ ਨਾ ਕੁਛ ਲੱਗਦਾ, ਕੁਝ ਨਵਾਂ ਹੋਰ ਪੁਆਇੰਟ ਐਡ ਕੀਤਾ ਜਾ ਸਕਦਾ, ਕੁਝ ਮੇਰੇ ਕੋਲੋਂ ਸਕਿਪ ਹੋ ਗਿਆ ਹੋਵੇ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਹੈ ਨਾ ਉਹ ਲਿਖ ਕੇ ਆਪਦੇ ਜਿਹੜੇ ਵਿਚਾਰ ਨੇ ਉਹ ਜ਼ਰੂਰ ਦਿਓ। ਹੁਣ ਅੱਗੇ ਅਸੀਂ ਆਰਟੀਕਲ 4 ਪੜ੍ਹਦੇ ਹਾਂ, ਆਰਟੀਕਲ 4। ਹੁਣ ਆਰਟੀਕਲ 4 ਨੂੰ ਦੇਖੋ ਕੀ ਕਿਹਾ, ਕਹਿੰਦੇ ਜੇਕਰ ਆਰਟੀਕਲ 2 ਅਤੇ 3 ਵਿੱਚ ਬਦਲਾਅ ਕਰਦੇ ਹਾਂ ਤਾਂ ਆਰਟੀਕਲ 1 ਅਤੇ 4 ਨੂੰ ਬਦਲਣਾ ਪਵੇਗਾ। ਹੁਣ ਇਹਦੇ ਵਿੱਚ ਨਾ ਥੋੜ੍ਹਾ ਜਿਹਾ ਜਦੋਂ ਅਸੀਂ ਪੜ੍ਹਦੇ ਵੀ ਆਰਟੀਕਲ 2, 3 ਬਦਲਾਅ ਕਿਹਨੂੰ ਬਦਲਣਾ ਪਵੇਗਾ, ਇਹ ਉਲਝ ਜਾਂਦੇ ਆ ਥੋੜ੍ਹਾ ਜਿਹਾ। ਇਹਨੂੰ ਸਮਝੀਏ ਅਸੀਂ ਗੱਲ ਨੂੰ। ਦੇਖੋ ਕਹਿੰਦੇ ਜੇਕਰ ਆਰਟੀਕਲ 2 ਜਾਂ 3 'ਚ ਬਦਲਾਅ ਕਰਦੇ ਹਾਂ ਤਾਂ ਆਰਟੀਕਲ 1 ਅਤੇ 4 ਨੂੰ ਬਦਲਣਾ ਪਊਗਾ। ਹੁਣ ਇੱਥੇ ਸਾਨੂੰ ਕਰਨਾ ਕੀ ਪਊਗਾ? ਪਹਿਲਾਂ ਦੇਖੋ ਅਸੀਂ 1 ਅਤੇ 4 ਨੂੰ ਪਹਿਲਾਂ ਸਮਝ ਗਏ। ਹੁਣ ਅਸੀਂ 2 ਅਤੇ 3 ਨੂੰ ਤਾਂ ਸਮਝ ਚੁੱਕੇ ਹਾਂ, ਹਾਲਾਂਕਿ 1 ਨੂੰ ਵੀ ਪੜ੍ਹ ਲਿਆ। ਆਰਟੀਕਲ 4 ਨੂੰ ਸਮਝਣ ਦੇ ਵਾਸਤੇ ਇੱਕ ਵਾਰੀ ਫਿਰ ਸਾਨੂੰ ਆਰਟੀਕਲ 1 ਅਤੇ 4 ਆ ਜਿਹੜਾ ਉਹ ਸਮਝਣਾ ਪਊ। ਹੁਣ ਦੇਖੋ ਆਰਟੀਕਲ 1 ਦੇ ਵਿੱਚ ਕੀ ਦੱਸਿਆ ਗਿਆ ਹੈਗਾ। ਆਰਟੀਕਲ 1 ਦੇ ਵਿੱਚ
ਆਰਟੀਕਲ 1 ਦੇ ਵਿੱਚ ਸਾਡੇ ਭਾਰਤ ਦੇ ਜਿਹੜੇ ਰਾਜ ਨੇ, ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਉਹਨਾਂ ਬਾਰੇ ਦੱਸਿਆ ਗਿਆ, ਉਹਨਾਂ ਦੀ ਗਿਣਤੀ ਬਾਰੇ ਦੱਸਿਆ ਗਿਆ। ਠੀਕ ਹੈ, 1 ਦੇ ਵਿੱਚ ਇਹ ਗੱਲ ਕਲੀਅਰ ਹੋ ਗਈ। ਹੁਣ 4 ਦੇ ਵਿੱਚ ਆ ਜਾਓ। 4 ਦੇ ਵਿੱਚ ਕੀ ਦੱਸਿਆ ਗਿਆ ਹੈਗਾ? 4 ਦੇ ਵਿੱਚ ਰਾਜ ਸਭਾ ਦੀਆਂ ਜਿਹੜੀਆਂ ਸੀਟਾਂ ਨੇ, ਵੀ ਕਿਹੜੇ ਕਿਹੜੇ ਰਾਜ ਨੂੰ ਕਿੰਨੀਆਂ ਕਿੰਨੀਆਂ ਸੀਟਾਂ ਅਸੀਂ ਵੰਡ ਕੀਤੀ ਹੋਈ ਆ, ਉਹ ਕੀਤੀ ਗਈ ਹੈ। ਹੁਣ ਦੇਖੋ, ਜੇਕਰ ਕੋਈ ਨਵਾਂ ਸੂਬਾ ਬਣਦਾ ਗਾ, ਆਰਟੀਕਲ ਚਾਹੇ 2 ਦੇ ਰਾਹੀਂ ਬਣਦਾ, ਚਾਹੇ 3 ਦੇ ਰਾਹੀਂ ਬਣਦਾ। ਹੁਣ ਜੇਕਰ ਨਵਾਂ ਬਣਦਾ ਤਾਂ ਉਹਦੇ ਵਿੱਚ ਫਿਰ ਕੀ ਹੋਊਗਾ? ਜਦੋਂ ਅਸੀਂ ਗਿਣਤੀ ਪਹਿਲਾਂ ਆਰਟੀਕਲ 1 ਦੇ ਵਿੱਚ ਦਿੱਤੀ ਹੋਈ ਆ ਪਹਿਲਾਂ, ਫਿਰ ਇਹਦਾ ਮਤਲਬ ਉੱਥੇ ਫਰਕ ਪੈ ਜਾਣਾ ਗਾ। ਠੀਕ ਹੈ ਨਾ, ਚਾਹੇ ਘਟਦੀ ਆ ਚਾਹੇ ਵੱਧਦੀ ਆ ਗਿਣਤੀ, ਉਹਦਾ ਫਿਰ ਆਰਟੀਕਲ 1 ਆ ਜਿਹੜਾ, ਉਹਦੇ ਵਿੱਚ ਵੀ ਤਾਂ ਫਰਕ ਪਊ ਨਾ। ਇਸੇ ਤਰ੍ਹਾਂ ਜੇ ਆਰਟੀਕਲ 4 ਆ ਜਿਹੜਾ, ਉਹਦੇ ਵਿੱਚ ਜਦੋਂ ਰਾਜ ਸਭਾ ਦੀਆਂ ਸੀਟਾਂ ਬਾਰੇ ਦੱਸਿਆ ਗਿਆ ਗਾ, ਤਾਂ ਫਿਰ ਉਹਦੇ ਵਿੱਚ ਕੀ ਹੋਊਗਾ? ਫਿਰ ਨੈਚੁਰਲੀ ਇਹ ਵੀ ਉਹਨਾਂ ਦੇ ਸੀਟਾਂ ਦੇ ਵਿੱਚ ਜਿਹੜਾ ਮੈਂਬਰਾਂ ਦੀ ਗਿਣਤੀ ਆ, ਉਹਦੇ ਵਿੱਚ ਵੀ ਫੇਰ ਬਦਲ ਹੋਊਗਾ। ਇਸੇ ਤਰ੍ਹਾਂ ਇਹ ਯਾਦ ਰੱਖਣੀ ਗੱਲ ਆਪਾਂ ਨੇ ਵੀ ਜੇਕਰ ਆਰਟੀਕਲ 2 ਜਾਂ 3 ਦੇ ਵਿੱਚ ਕੋਈ ਬਦਲਾਅ ਆਉਂਦਾ ਗਾ, ਤਾਂ ਉਸ ਬਦਲਾਅ ਦਾ ਅਸਰ ਆਰਟੀਕਲ 1 ਅਤੇ 4 ਦੋਨਾਂ 'ਤੇ ਹੀ ਪਵੇਗਾ। ਸੋ ਮੈਂ ਆਸ ਕਰਦਾ, ਉਮੀਦ ਕਰਦਾ ਕਿ ਇਸ ਕਲਾਸ ਦੇ ਵਿੱਚ ਆਰਟੀਕਲ 1 ਤੋਂ 4 ਤੱਕ ਆ ਜਿਹੜਾ ਆਪਾਂ ਪੜ੍ਹਿਆ ਗਾ, ਅਤੇ ਚੰਗੀ ਤਰ੍ਹਾਂ ਹੀ ਤੁਹਾਡੇ ਸਭ ਦੇ ਮਾਇੰਡ ਦੇ ਵਿੱਚ ਬੈਠ ਗਿਆ ਹੋਣਾ, ਸਮਝ ਪਈ ਹੋਣੀ ਆ। ਅਤੇ ਹਾਲਾਂਕਿ ਤੁਸੀਂ ਤਿਆਰੀ ਪਹਿਲਾਂ ਤੋਂ ਹੀ ਕਰ ਰਹੇ ਹੋ, ਫਿਰ ਵੀ ਕੋਸ਼ਿਸ਼ ਹੈ ਮੇਰੀ ਇੱਕ ਕਿ ਆਪਾਂ ਚੰਗੀ ਤਿਆਰੀ ਹੈ ਜਿਹੜੀ ਉਹ ਸਾਰੇ ਰਲ ਮਿਲ ਕੇ ਕਰੀਏ। ਅਤੇ ਆਰਟੀਕਲ 4 ਆਪਾਂ ਪੜ੍ਹੇ ਨੇ। ਇਸ ਤੋਂ ਬਾਅਦ ਨਾ ਇੱਕ ਬੜਾ ਅਸੀਂ ਪੇਪਰਾਂ ਦੇ ਵਿੱਚ, ਮਾਸਟਰ ਕੇਡਰ ਦੇ ਵਿੱਚ, PTET ਦੇ ਵਿੱਚ, ਇਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਭਰਤੀ ਨਾਲ ਰਿਲੇਟਡ ਐਗਜ਼ਾਮ ਹੁੰਦੇ ਨੇ, ਉਹਨਾਂ ਦੇ ਵਿੱਚ ਇੱਕ ਨਾ ਬੇਰੁਜ਼ਗਾਰੀ ਕੇਸ ਆ ਜਿਹੜਾ, ਉਹਦੀ ਡਿਸਕਸ਼ਨ ਹੋਈ ਹੈ। ਕੀ ਚੀਜ਼ ਕੀ ਹੈ ਇਹ? ਇਹਨੂੰ ਆਪਾਂ ਡਿਸਕਸ ਕਰੀਏ ਵੀ ਕੀ ਚੀਜ਼ ਹੈ ਇਹ, ਕੀ ਕੇਸ, ਕੀ ਚੀਜ਼ ਹੈ ਇਹ, ਕਾਹਦਾ ਕੇਸ ਸੀ ਇਹ? ਬੇਰੁਜ਼ਗਾਰੀ ਕੌਣ ਆ? ਕਿਸੇ ਵਿਅਕਤੀ ਦਾ ਨਾਮ ਆ? ਕਿਹਦਾ ਨਾਮ ਆ ਇਹ? ਕਿਹੜੇ ਸਾਲ ਦੇ ਨਾਲ ਸੰਬੰਧਿਤ ਆ? ਇਸ ਕੇਸ ਦਾ ਮੈਟਰ ਕੀ ਹੈ? ਅਤੇ ਇਹਦੇ 'ਤੇ ਆਪਾਂ ਥੋੜ੍ਹੀ ਜਿਹੀ ਡਿਸਕਸ਼ਨ ਕਰਦੇ ਹਾਂ। ਦੇਖੋ, ਜਿਹੜਾ ਬੇਰੁਜ਼ਗਾਰੀ ਕੇਸ ਆ ਨਾ, ਇਹ 1960 ਨਾਲ ਸੰਬੰਧਿਤ ਆ। ਪਹਿਲਾਂ ਤਾਂ ਦੇਖੋ, ਇੱਥੇ ਕੁਐਸਚਨ ਸਾਡਾ ਇਹ ਬਣ ਜਾਂਦਾ ਵੀ ਬੇਰੁਜ਼ਗਾਰੀ ਕੇਸ ਕਿਹੜੇ ਸਾਲ ਨਾਲ ਸੰਬੰਧਿਤ ਆ? ਸਾਨੂੰ ਕੋਈ ਸਾਲ ਦਿੱਤੇ ਜਾ ਸਕਦੇ, ਹੈ ਨਾ। 1960 ਦੇ ਨਾਲ। ਹੁਣ ਦੇਖੋ, ਬੇਰੁਜ਼ਗਾਰੀ ਕੇਸ ਦੇ ਉੱਪਰ ਮੈਂ ਇੱਕ ਇਹ ਜਿਹੜਾ ਨੋਟਸ ਬਣਾਏ ਹੋਏ ਨੇ ਉਹ ਲਿਖਿਆ ਹੋਇਆ, ਇੱਕ ਵਾਰੀ ਇਹਨੂੰ ਆਪਾਂ ਰੀਡ ਕਰੀਏ, ਫਿਰ ਆਪਾਂ ਇਹਦੀ ਡਿਸਕਸ਼ਨ ਕਰਦੇ ਹਾਂ। ਠੀਕ ਹੈ, ਕੀ ਚੀਜ਼ ਸੀ ਇਹ? ਦੇਖੋ, ਬੇਰੁਜ਼ਗਾਰੀ ਕੇਸ 1960। ਦੇਖੋ, ਬੇਰੁਜ਼ਗਾਰੀ ਪੱਛਮੀ ਬੰਗਾਲ ਦਾ ਇੱਕ ਪਿੰਡ ਸੀ। ਹੁਣ ਦੇਖੋ, ਪਹਿਲਾਂ ਤਾਂ ਇਹ ਗੱਲ ਕਲੀਅਰ ਕਰ ਲਈਏ ਆਪਾਂ ਨਾ, ਵੀ ਪਹਿਲਾਂ ਤਾਂ ਹੋ ਸਕਦਾ ਵੀ ਕਿਸੇ ਬੰਦੇ ਦਾ ਨਾਂ ਸੀ, ਕੀ ਸੀ? ਪਿੰਡ ਸੀ, ਇਹ ਜਗ੍ਹਾ ਦਾ ਨਾਂ ਸੀ। ਬੇਰੁਜ਼ਗਾਰੀ ਪੱਛਮੀ ਬੰਗਾਲ ਦਾ ਇੱਕ ਪਿੰਡ ਸੀ, ਜਿਹੜਾ ਕਿ ਹੁਣ ਬੰਗਲਾਦੇਸ਼ ਦੇ ਕੋਲ ਚਲਾ ਗਿਆ। ਅੱਜ ਬੰਗਲਾਦੇਸ਼ ਦੇ ਕੋਲ ਆ। ਬੰਗਲਾਦੇਸ਼ 1971 ਵਿੱਚ ਬਣਦਾ, ਪਹਿਲਾਂ ਇਹ ਪਿੰਡ ਪਾਕਿਸਤਾਨ ਦੇ ਕੋਲੇ ਸੀ। ਇਹ ਯਾਦ ਰੱਖਣੀ ਹੈ ਗੱਲ ਤੁਸੀਂ, ਵੀ ਬੇਰੁਜ਼ਗਾਰੀ ਕੇਸ ਕੀ ਚੀਜ਼ ਹੈ, ਇਹਦੀ ਹਿਸਟਰੀ ਕੀ ਹੈ। ਅੱਜ ਵਰਤਮਾਨ ਸਮੇਂ ਇਹ ਬੰਗਲਾਦੇਸ਼ ਦੇ ਕੋਲੇ ਆ, ਪਰ ਜਦੋਂ ਆਪਾਂ ਇਹਦੀ ਹਿਸਟਰੀ ਪੜ੍ਹਦੇ ਹਾਂ, ਪਹਿਲਾਂ ਇਹ ਪਾਕਿਸਤਾਨ ਦੇ ਕੋਲ ਸੀਗਾ। ਦੇਖੋ, ਪਹਿਲਾਂ ਇਹ ਪਿੰਡ ਪਾਕਿਸਤਾਨ ਕੋਲ ਸੀ, ਬੰਗਲਾਦੇਸ਼ ਬਣਨ ਕਰਕੇ ਹੁਣ ਇਹ ਪਿੰਡ ਬੰਗਲਾਦੇਸ਼ ਕੋਲ ਆ। ਪੂਰਬੀ ਪਾਕਿਸਤਾਨ ਦੀ ਸੀਮਾ ਲਾਈਨ ਖਿੱਚਣ ਵੇਲੇ, ਦੇਖੋ ਜਿਹੜੀ ਸਾਡੀ ਪਾਕਿਸਤਾਨ ਦੇ ਨਾਲ ਜਿਹੜੀ ਸੀਮਾ ਰੇਖਾ ਜਿਹਨੂੰ ਅਸੀਂ ਰੈੱਡ ਕਲਫ ਕਹਿੰਦੇ ਆਂਗੇ, ਉਹ ਜਿਹੜੇ ਅਧਿਕਾਰੀ ਨੇ ਬਣਾਈ ਸੀ, ਇੱਕ ਅੰਗਰੇਜ਼ ਅਧਿਕਾਰੀ ਆ ਜਿਹੜਾ, ਹੈ ਨਾ, ਰੈੱਡ ਕਲਫ ਨਾਂ ਦੱਸਦੇ ਆ ਉਹਦਾ, ਅਤੇ ਉਹਨੇ ਬਣਾਈ ਸੀ। ਕਹਿੰਦੇ ਉਹਨੇ ਦਫ਼ਤਰ ਦੇ ਵਿੱਚ ਹੀ ਬੈਠ ਕੇ, ਮਤਲਬ ਕਿ ਜਦੋਂ ਇਹ ਸੀਮਾ ਰੇਖਾ ਖਿੱਚੀ ਆ, ਉਹਨੇ ਨਕਸ਼ਾ ਰੱਖ ਲਿਆ ਸੀਗਾ ਹਿੰਦੁਸਤਾਨ ਦਾ, ਅਤੇ ਉਹਨੇ ਕਹਿੰਦੇ ਦਫ਼ਤਰ ਦੇ ਵਿੱਚ ਹੀ ਬੈਠ ਕੇ ਇੱਕ ਲਾਈਨ ਜੀ ਮਾਰਤੀ ਸੀ। ਉਹਨੇ ਸਰਵੇਖਣ ਨਹੀਂ ਕੀਤਾ ਸੀ ਇਸ ਮੁਲਕ ਦਾ, ਉਹਨੂੰ ਬੁਲਾਇਆ ਗਿਆ ਸੀਗਾ ਅੰਗਰੇਜ਼ੀ ਸਰਕਾਰ ਨੇ ਜਦੋਂ ਇੰਗਲੈਂਡ ਤੋਂ ਬੁਲਾਇਆ ਗਾ। ਹਾਲਾਂਕਿ ਉਹਨੂੰ ਕੋਈ ਇੱਥੋਂ ਦੀ ਜਿਹੜੀ ਭੂਗੋਲਿਕ ਸਥਿਤੀ ਸੀ ਉਹਦਾ ਕੋਈ ਉਹਨੂੰ ਬਹੁਤਾ ਗਿਆਨ ਨਹੀਂ ਸੀ। ਉਹਨੇ ਕਹਿੰਦੇ ਨੇ ਕਿ ਆਪਣੇ ਨਾਲ ਹੈਲਪਰ ਲਏ ਨੇ, ਕੋਈ ਕਰਮਚਾਰੀ ਲਏ ਨੇ, ਉਹਨੇ ਦਫ਼ਤਰ ਦੇ ਟੇਬਲ 'ਤੇ ਹੀ ਰੱਖ ਕੇ ਇੱਕ ਲਾਈਨ ਮਾਰ ਕੇ ਵੀ ਇੱਥੋਂ ਆ ਪਾਕਿਸਤਾਨ ਬਣ ਜੂਗਾ ਅਤੇ ਇਹ ਭਾਰਤ ਬਣ ਜੂਗਾ। ਹੁਣ ਦੇਖੋ ਇੱਥੇ ਕੀ ਬਣਿਆ ਫਿਰ, ਇਹਦੇ ਨਾਲ ਕੇਸ ਕਿਵੇਂ ਪੈਦਾ ਹੁੰਦਾ? ਇਹ ਕੇਸ ਲਾਈਨ ਮਾਰ ਕੇ ਵੰਡ ਕਰ ਦਿੱਤੀ, ਕਹਿੰਦੇ ਬੇਰੁਜ਼ਗਾਰੀ ਨੇ ਨਾ, ਮਤਲਬ ਕਿ ਇੱਕ ਨਕਸ਼ੇ 'ਤੇ ਲਾਈਨ ਲਾ ਕੇ। ਫਿਰ ਕੀ ਹੁੰਦਾ ਗਾ, ਜਿਸ ਕਰਕੇ ਫਿਰ ਦੇਖੋ ਇੱਥੇ ਆਪਾਂ ਨਾ ਇੱਥੋਂ ਰੀਡ ਕਰਦੇ ਹਾਂ। ਪੂਰਬੀ ਪਾਕਿਸਤਾਨ ਦੀ ਸੀਮਾ ਲਾਈਨ ਖਿੱਚਣ ਵੇਲੇ ਰੈੱਡ ਕਲਫ ਨੇ ਬਹੁਤ ਧਿਆਨ ਨਹੀਂ ਦਿੱਤਾ, ਦਫ਼ਤਰ ਵਿੱਚ ਬੈਠ ਕੇ ਹੀ ਨਕਸ਼ੇ 'ਤੇ ਇੱਕ ਲਾਈਨ ਮਾਰ ਕੇ ਵੰਡ ਕਰ ਦਿੱਤੀ, ਜਿਸ ਕਰਕੇ ਬੇਰੁਜ਼ਗਾਰੀ ਪਿੰਡ ਭਾਰਤ ਕੋਲ ਆ ਗਿਆ। ਹੁਣ ਦੇਖੋ, ਜਦੋਂ ਕਹਿੰਦੇ ਪੂਰਬ ਵਾਲੀ ਸਾਈਡ ਆ ਜਿਹੜੀ ਸਾਡੀ, ਉੱਥੇ ਕੀ ਹੋਇਆ, ਉੱਥੋਂ ਦੀ ਇਹ ਜਗ੍ਹਾ ਸੀ ਬੇਰੁਜ਼ਗਾਰੀ। ਇਹ ਪਿੰਡ ਆ ਜਿਹੜਾ ਕਹਿੰਦੇ ਮਤਲਬ ਕਿ ਭਾਰਤ ਦੇ ਕੋਲੇ ਆ ਜਾਂਦਾ ਗਾ। ਬੇਰੁਜ਼ਗਾਰੀ ਪਿੰਡ ਆ ਜਿਹੜਾ ਖੇਤਰ ਆ ਭਾਰਤ ਕੋਲੇ ਆ ਗਿਆ। ਇਸ ਪਿੰਡ ਦੇ ਜਿਹੜੇ ਲੋਕ ਸੀ ਉਹ ਮੁਸਲਮਾਨ ਸੀਗੇ ਸਾਰੇ। ਉਹ ਕੀ ਕਰਨਾ ਚਾਹੁੰਦੇ ਸੀ? ਕਹਿੰਦੇ ਉਹ ਲੋਕ ਪਾਕਿਸਤਾਨ 'ਚ ਜਾਣਾ ਚਾਹੁੰਦੇ ਸੀ। ਉਸ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਆ ਜਿਹੜੇ ਭਾਰਤ ਦੇ ਸਾਡੇ ਪ੍ਰਧਾਨ ਮੰਤਰੀ ਨੇ, ਕਹਿੰਦੇ ਉਹਨਾਂ ਨੇ ਇਹ ਸੋਚਿਆ ਵੀ ਹੋਣਾ ਤਾਂ ਇੱਦਾਂ ਹੀ ਚਾਹੀਦਾ, ਵੀ ਜਿਹੜਾ ਇਹ ਪਿੰਡ ਆ ਪਾਕਿਸਤਾਨ ਕੋਲ ਹੋਣਾ ਚਾਹੀਦਾ, ਕਿਉਂਕਿ ਮਤਲਬ ਕਿ
ਉਹ ਮੁਸਲਮਾਨ ਲੋਕ ਨੇ, ਉਹ ਖੁਦ ਚਾਹੁੰਦੇ ਵੀ ਉੱਧਰ ਜਾਣਾ ਗਾ। 1958 ਦੇ ਵਿੱਚ ਨਹਿਰੂ ਇਹ ਖੇਤਰ ਪਾਕਿਸਤਾਨ ਦੇਣ ਨੂੰ ਤਿਆਰ ਸੀ। ਸਾਡੇ ਭਾਰਤ ਦੇ ਕਹਿੰਦੇ ਜਿਹੜੇ ਪ੍ਰਧਾਨ ਮੰਤਰੀ ਨਾ 1958 ਦੇ ਵਿੱਚ ਉਹ ਇਹ ਖੇਤਰ ਆ ਜਿਹੜਾ ਪਾਕਿਸਤਾਨ ਨੂੰ ਦੇਣ ਵਾਸਤੇ ਤਿਆਰ ਸੀ। ਪਰ ਜਦੋਂ ਪਤਾ ਲੱਗਦਾ ਗਾ ਤਾਂ ਭਾਰਤ ਦੀ ਰਾਜਨੀਤੀ ਦੇ ਵਿੱਚ ਮਤਲਬ ਕਿ ਹਲਚਲ ਪੈਦਾ ਹੋ ਜਾਂਦੀ ਹੈ। ਜਦੋਂ ਇਹ ਗੱਲ ਬਾਹਰ ਆਉਂਦੀ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਬੇਰੁਜ਼ਗਾਰੀ ਖੇਤਰ ਆ ਜਿਹੜਾ ਪਾਕਿਸਤਾਨ ਨੂੰ ਦੇਣਾ ਚਾਹੁੰਦੇ ਨੇ, ਤਾਂ ਭਾਰਤੀ ਰਾਜਨੀਤੀ ਦੇ ਵਿੱਚ ਕਹਿੰਦੇ ਰੌਲਾ ਪੈਣਾ ਸ਼ੁਰੂ ਹੋ ਗਿਆ। ਸਰਕਾਰ ਨੇ ਮਤਾ ਪਾਸ ਕਰਨ ਮਗਰੋਂ ਦੇਖੋ, ਸਰਕਾਰ ਨੇ ਕਹਿੰਦੇ ਮਤਾ ਵੀ ਪਾਸ ਕਰਤਾ। ਨਹਿਰੂ ਦੀ ਸਰਕਾਰ ਦੇ ਵਿੱਚ 1958 'ਚ ਭਾਰਤ ਸਰਕਾਰ ਨੇ ਮਤਾ ਪਾਸ ਕਰਤਾ ਵੀ ਜਿਹੜਾ ਬੇਰੁਜ਼ਗਾਰੀ ਖੇਤਰ ਆ ਉਹ ਪਾਕਿਸਤਾਨ ਨੂੰ ਦੇ ਦਿੱਤਾ ਜਾਊਗਾ। ਮਤਾ ਪਾਸ ਹੋਣ ਤੋਂ ਬਾਅਦ ਜਦੋਂ ਰਾਸ਼ਟਰਪਤੀ ਦੀ ਪ੍ਰਵਾਨਗੀ ਦੇ ਲਈ ਇਹ ਬਿੱਲ ਆ ਜਿਹੜਾ ਜਾਂਦਾ ਗਾ, ਉਸ ਸਮੇਂ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਜੀ ਸੀਗੇ। ਉਹਨਾਂ ਦੀ ਪ੍ਰਵਾਨਗੀ ਲਈ ਜਦੋਂ ਜਾਂਦਾ ਤਾਂ ਕਹਿੰਦੇ ਵੀ ਡਾਕਟਰ ਰਾਜਿੰਦਰ ਪ੍ਰਸਾਦ ਆਰਟੀਕਲ 143 ਦੀ ਵਰਤੋਂ ਕਰਦੇ ਹੋਏ ਸੁਪਰੀਮ ਕੋਰਟ ਤੋਂ ਸਲਾਹ ਲੈਂਦੇ ਆ। ਕੀ ਸਲਾਹ ਲੈਂਦੇ ਆ? ਉਹ ਇਹ ਸਲਾਹ ਲੈਂਦੇ ਆ ਕਿ ਭਾਰਤ ਦੀ ਪਾਰਲੀਮੈਂਟ ਕੋਲੇ, ਸੰਸਦ ਕੋਲੇ ਇਹ ਅਧਿਕਾਰ ਹੈ ਕਿ ਉਹ ਭਾਰਤ ਦੇ ਕਿਸੇ ਹਿੱਸੇ ਨੂੰ ਕਿਸੇ ਹੋਰ ਦੇਸ਼ ਨੂੰ ਦੇ ਸਕਦੀ ਹੈ। ਫਿਰ ਦੇਖੋ ਇਹ 'ਚ ਕੀ ਕੀਤਾ ਗਿਆ, ਕਹਿੰਦੇ ਸੁਪਰੀਮ ਕੋਰਟ ਨੇ ਅਜਿਹਾ ਕਰਨ ਤੋਂ ਮਨਾ ਕੀਤਾ। ਆਰਟੀਕਲ 143 ਦੇ ਅੰਡਰ ਜਦੋਂ ਭਾਰਤ ਦੇ ਰਾਸ਼ਟਰਪਤੀ ਸਲਾਹ ਲੈਂਦੇ ਨੇ ਨਾ, ਤਾਂ ਸੁਪਰੀਮ ਕੋਰਟ ਨੇ ਫਿਰ ਆਪਣਾ ਫੈਸਲਾ ਕੀ ਸੁਣਾਇਆ ਗਾ ਕਿ ਸੰਸਦ ਕੋਲੇ ਅਜਿਹਾ ਕੋਈ ਅਧਿਕਾਰ ਨਹੀਂ ਹੈਗਾ। ਸੰਸਦ ਭਾਰਤ ਦਾ ਕੋਈ ਵੀ ਹਿੱਸਾ ਗਾ ਜਿਹੜਾ ਖੇਤਰ ਆ ਉਹ ਕਿਸੇ ਹੋਰ ਦੇਸ਼ ਨੂੰ ਨਹੀਂ ਦੇ ਸਕਦੀ। ਹਾਂ, ਜੇਕਰ ਅਜਿਹਾ ਕਰਨਾ ਹੈ ਤਾਂ ਆਰਟੀਕਲ 368 ਦੇ ਅਧੀਨ ਜਾ ਕੇ ਇੱਕ ਸੋਧ ਕਰਨੀ ਪਵੇਗੀ ਸੰਵਿਧਾਨ ਦੇ ਵਿੱਚ। ਆਰਟੀਕਲ 368 ਦੇ ਅੰਡਰ ਜਾ ਕੇ ਇੱਕ ਸੋਧ ਕੀਤੀ ਜਾਊਗੀ, ਫਿਰ ਕੋਈ ਖੇਤਰ ਹੈ ਜਿਹੜਾ ਕਿਸੇ ਹੋਰ ਮੁਲਕ ਨੂੰ ਦਿੱਤਾ ਜਾ ਸਕਦਾ। ਪਰ ਜਿਹੜੇ ਪਹਿਲੇ ਚਾਰੋਂ ਆਰਟੀਕਲ ਨੇ ਉਹਨਾਂ ਦੀ ਵਰਤੋਂ ਕਰਕੇ ਅਸੀਂ ਕਿਸੇ ਖੇਤਰ ਨੂੰ ਹੋਰ ਦੇਸ਼ ਨੂੰ ਨਹੀਂ ਦੇ ਸਕਦੇ। ਇਸ ਤਰ੍ਹਾਂ ਮਤਲਬ ਬਾਅਦ ਦੇ ਵਿੱਚ ਕੀ ਹੁੰਦਾ ਗਾ, 1960 ਦੇ ਵਿੱਚ 9ਵੀਂ ਸੰਵਿਧਾਨਕ ਸੋਧ ਆ ਜਿਹੜੀ ਉਹ ਹੁੰਦੀ ਹੈ, ਜਿਸ ਵਿੱਚ ਕਿਹਾ ਗਿਆ ਕਿ ਭਾਰਤ ਬੇਰੁਜ਼ਗਾਰੀ ਖੇਤਰ ਪਾਕਿਸਤਾਨ ਨੂੰ ਦੇ ਰਿਹਾ ਹੈ। ਠੀਕ ਹੈ, ਅਤੇ ਆਸ ਕਰਦਾ ਕੁਝ ਨਾ ਕੁਝ ਤੁਹਾਨੂੰ ਨਵਾਂ ਕਾ ਜਿਹੜਾ ਉਹ ਵੀ ਸਿੱਖਣ ਨੂੰ ਮਿਲਿਆ ਹੋਵੇਗਾ। ਇਹਦੇ ਵਿੱਚ ਬੇਰੁਜ਼ਗਾਰੀ ਕੇਸ ਦੇ ਵਿੱਚ ਵੀ ਹੁਣ ਦੇਖੋ 2-3 ਕੁਐਸਚਨ ਆ ਜਿਹੜੇ ਸਾਡੇ ਉਹ ਬਣਦੇ ਨੇ ਕਿ ਬੇਰੁਜ਼ਗਾਰੀ ਕੇਸ ਆ ਜਿਹੜਾ ਕਿਹੜੇ ਸਾਲ ਨਾਲ ਸੰਬੰਧਿਤ ਆ। 1960 ਦੇ ਨਾਲ ਸੰਬੰਧਿਤ ਆ ਇਹ। ਠੀਕ ਆ, ਅਤੇ ਬਾਕੀ ਇਹਨਾਂ ਦੇ ਇਹ ਪੁੱਛਿਆ ਜਾ ਸਕਦਾ ਵੀ ਬੇਰੁਜ਼ਗਾਰੀ ਕੇਸ ਦੇ ਵੇਲੇ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਕੌਣ ਸਨ? ਪੰਡਿਤ ਜਵਾਹਰ ਲਾਲ ਨਹਿਰੂ। ਠੀਕ ਆ, ਜਾਂ ਰਾਸ਼ਟਰਪਤੀ ਵੀ ਪੁੱਛੇ ਜਾ ਸਕਦੇ ਨੇ, ਡਾਕਟਰ ਰਾਜਿੰਦਰ ਪ੍ਰਸਾਦ। ਕੀ ਆ ਬੇਰੁਜ਼ਗਾਰੀ ਕੇਸ? ਉੱਥੇ ਕੁਛ ਵੀ ਪਾ ਸਕਦੇ ਆ ਉਹ, ਵੀ ਕਿਸੇ ਵਿਅਕਤੀ ਦਾ ਨਾਮ ਆ, ਕਿਸੇ ਖੇਤਰ ਦਾ ਨਾਮ ਆ। ਅਤੇ ਧਿਆਨ ਰੱਖਣਾ ਗਾ ਕਿ ਬੇਰੁਜ਼ਗਾਰੀ ਆ ਜਿਹੜਾ ਕਿਸੇ ਖੇਤਰ ਦਾ ਨਾਮ ਆ। ਠੀਕ ਆ, ਅੱਜ ਇਹ ਕਿੱਥੇ ਆ? ਬੰਗਲਾਦੇਸ਼ ਦੇ ਵਿੱਚ। ਸੰਵਿਧਾਨ ਦੀ 1960 ਦੇ ਵਿੱਚ 9ਵੀਂ ਸੰਵਿਧਾਨਕ ਸੋਧ ਹੁੰਦੀ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ, ਜਿਸ ਵਿੱਚ ਕੀ ਕਿਹਾ ਗਿਆ ਸੀ ਕਿ ਬੇਰੁਜ਼ਗਾਰੀ ਖੇਤਰ ਹੈ ਜਿਹੜਾ ਪਾਕਿਸਤਾਨ ਨੂੰ ਦਿੱਤਾ ਗਾ। ਠੀਕ ਹੈ, ਕਿਉਂਕਿ ਉਹ ਬਾਅਦ ਦੀ ਗੱਲ ਆ, ਕਿਉਂਕਿ 71 ਦੇ ਵਿੱਚ ਜਦੋਂ ਬੰਗਲਾਦੇਸ਼ ਬਣਦਾ ਫਿਰ ਉੱਧਰ ਚਲਾ ਜਾਂਦਾ ਗਾ। ਅਤੇ ਆਸ ਕਰਦਾ, ਉਮੀਦ ਕਰਦਾ ਗਾ ਕਿ ਕਲਾਸ ਤੁਹਾਨੂੰ ਵਧੀਆ ਲੱਗੀ ਹੋਵੇਗੀ। ਅਤੇ ਆਉਂਦੇ ਦਿਨਾਂ ਦੇ ਵਿੱਚ ਨੈਕਸਟ ਹੈ ਜਿਹੜਾ ਆਪਾਂ ਭਾਗ ਦੂਜਾ ਦੀ ਜਿਹੜਾ ਨਾਗਰਿਕਤਾ ਦੇ ਨਾਲ ਸੰਬੰਧਿਤ ਆ, ਆਰਟੀਕਲ 5 ਤੋਂ 11, ਅਤੇ ਉਹਦੇ 'ਤੇ ਵੀ ਆਪਾਂ ਇੱਕ ਵੀਡੀਓ ਜਿਹੜੀ ਉਹ ਲੈ ਕੇ ਆਵਾਂਗੇ। ਅਤੇ ਬਾਕੀ ਆਮ ਚੱਲਦਾ ਰਹਿੰਦਾ ਗਾ ਕਿ ਜਿਹੜੇ ਵਿਦਿਆਰਥੀ ਨੇ ਉਹ MCQ ਦਾ ਜ਼ਿਆਦਾ ਇੰਟਰਸਟ ਰੱਖਦੇ ਨੇ ਕਿ MCQ। ਦੇਖੋ, ਜਦੋਂ ਤੁਸੀਂ ਆਪਾਂ ਸਬਜੈਕਟਿਵ ਟਾਈਪ ਨਾ ਜਦੋਂ ਡੀਪਲੀ ਕਿਸੇ ਟੌਪਿਕ ਨੂੰ ਪੜ੍ਹ ਲੈਂਦੇ ਹਾਂ, ਅਤੇ ਮੈਨੂੰ ਨਹੀਂ ਲੱਗਦਾ ਵੀ ਫਿਰ ਸਾਨੂੰ ਕੋਈ MCQ ਦੀ ਲੋੜ ਪਵੇਗੀ। ਅਤੇ ਤੁਸੀਂ ਆਪਣੇ ਲੈਵਲ 'ਤੇ ਕੋਸ਼ਿਸ਼ ਕਰੋ ਵੀ ਕਿੱਦਾਂ ਬਣ ਸਕਦੇ ਨੇ, ਕਿਵੇਂ ਕੁਐਸਚਨ ਬਣ ਸਕਦੇ ਨੇ। ਅਤੇ ਜਦੋਂ ਸਾਡੀ ਚੰਗੀ ਤਰ੍ਹਾਂ ਤਿਆਰੀ ਹੈ ਫਿਰ ਕੁਐਸਚਨ ਜਿੱਥੋਂ ਮਰਜ਼ੀ ਬਣ ਕੇ ਜਿਵੇਂ ਮਰਜ਼ੀ ਜਿਹੜਾ ਪੇਪਰ ਸੈੱਟ ਕਰਨ ਵਾਲਾ ਉਹ ਪਾ ਦੇਵੇ, ਅਤੇ ਤੁਸੀਂ ਬੜਾ ਈਜ਼ੀ ਹੈ ਜਿਹੜਾ ਉਹਨੂੰ ਹੱਲ ਕਰ ਲਵਾਂਗੇ। ਅਤੇ ਅਖੀਰ ਦੇ ਵਿੱਚ ਉਮੀਦ ਕਰਦਾ, ਆਸ ਕਰਦਾ ਅਤੇ ਕਲਾਸ ਤੁਹਾਨੂੰ ਵਧੀਆ ਲੱਗੀ ਹੋਵੇਗੀ, ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਨਵਾਂ ਮਿਲਿਆ ਹੋਵੇਗਾ। ਅਤੇ ਪਲੀਜ਼ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰਿਓ। ਅਤੇ ਗਰੁੱਪਾਂ ਦੇ ਵਿੱਚ ਜਿਹੜੇ ਵੀ ਤੁਹਾਡੇ ਮਾਸਟਰ ਕੇਡਰ ਜਾਂ ਲੈਕਚਰਰ ਪੋਲੀਟੀਕਲ ਸਾਇੰਸ ਦੀ ਤਿਆਰੀ ਕਰ ਰਹੇ ਨੇ ਸਾਥੀ ਹਨ, ਉਹਨਾਂ ਤੱਕ ਇਹ YouTube ਚੈਨਲ ਆ ਜਿਹੜਾ ਇਹਦਾ ਲਿੰਕ ਆ, ਪਲੀਜ਼ ਸ਼ੇਅਰ ਕਰਿਓ ਅਤੇ ਸਬਸਕ੍ਰਾਈਬ ਕਰਨ ਦੇ ਵਾਸਤੇ ਵੀ ਕਿਹੋ। ਠੀਕ ਹੈ, ਅਤੇ ਆਉਂਦੇ ਦਿਨਾਂ ਦੇ ਵਿੱਚ ਫਿਰ ਇੱਕ ਵਾਰੀ ਆਪਾਂ ਕੁਝ ਨਵਾਂ ਲੈ ਕੇ ਸੀਰੀਅਲ ਵਾਈਜ਼ ਹੀ ਆਪਾਂ ਚੱਲਣਾ ਗਾ। ਜਿਵੇਂ ਭਾਗ ਪਹਿਲਾ ਅੱਜ ਆਪਾਂ ਕੰਪਲੀਟ ਕੀਤਾ, ਅਤੇ ਨੈਕਸਟ ਵੀਡੀਓ ਦੇ ਵਿੱਚ ਭਾਗ ਦੂਜਾ ਜਿਹੜਾ ਉਹਦੀ ਗੱਲ ਕਰਾਂਗੇ। ਅਤੇ ਤਦ ਤੱਕ ਲਈ ਦਿਓ ਇਜਾਜ਼ਤ। ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ।